ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਅਹਿਮ ਸ਼ਖਸੀਅਤ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ, ਵੈਲਕਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤੁਹਾਡਾ ਵੀ ਸ਼ੁਕਰੀਆ, ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਧਾਲੀਵਾਲ ਸਾਹਿਬ, ਕਾਨੂੰਨ ਤਾਂ ਖੈਰ ਰੱਦ ਹੋ ਗਏ, ਰਾਸ਼ਟਰਪਤੀ ਨੇ ਮੋਹਰ ਲਾਤੀ, ਸਾਈਨ ਕਰਤੇ ਕਾਨੂੰਨਾਂ ਦਾ। ਹੁਣ ਕਹਿ ਸਕਦੇ ਹਾਂ ਕਿ ਆਪਾਂ ਉਹ ਇੱਕ ਪਾਸੇ ਹੋ ਗਏ ਤੇ ਹੁਣ ਅੰਦੋਲਨ ਖਤਮ ਹੋਣ ਲਈ ਦੇਖਦੀ ਹੈ ਬੀਜੇਪੀ ਸਰਕਾਰ। MSP ਤੇ ਗੱਲ ਫਸੀ ਹੋਈ ਹੈ। ਕਿਸਾਨ ਆਗੂਆਂ ਨੇ 5 ਨਾਮ ਸੁਜੈਸਟ ਕਰਤੇ ਜੋ ਸਰਕਾਰ ਨਾਲ MSP ਦੇ ਮਸਲੇ ਤੇ ਗੱਲਬਾਤ ਕਰਨਗੇ। ਜੀ ਧਾਲੀਵਾਲ ਸਾਹਿਬ, ਦੇਖੋ, ਮੈਂ ਇਸ ਤੋਂ ਪਹਿਲਾਂ ਵੀ ਜਦੋਂ ਆਪਣੀ ਗੱਲਬਾਤ ਹੁੰਦੀ ਰਹੀ ਹੈ ਉਸ ਗੱਲ 'ਚ ਵੀ ਇਹ ਗੱਲ ਉਭਾਰੀ ਹੈ ਕਿ ਜਿਹੜਾ ਇਹ ਸਮਝੌਤਾ ਕਹਿ ਲਓ ਜੀ, ਜਾਂ ਇਹ ਸਰਕਾਰ ਦਾ ਪਿੱਛੇ ਹਟਣਾ ਕਹਿ ਲਓ, ਇਹ ਹੋਇਆ ਇਸ ਤਰ੍ਹਾਂ ਹੈ ਕਿ ਪਰਦੇ ਦੇ ਪਿੱਛੇ ਵਿਚੋਲਿਆਂ ਨੇ ਜ਼ਰੂਰ ਕੋਈ ਰੋਲ ਨਿਭਾਇਆ ਹੋਏਗਾ। ਸਿੱਧੇ ਡਾਇਲੌਗ ਨਾਲ ਸਰਕਾਰ ਇਹਨੂੰ ਖਤਮ ਸ਼ਾਇਦ ਕਰਨਾ ਨਹੀਂ ਸੀ ਚਾਹੁੰਦੀ, ਜਾਂ ਸਰਕਾਰ ਨੂੰ ਇਹ ਲੱਗਦਾ ਸੀ ਕਿ ਉਹਦੇ ਨਾਲ ਇੱਕ ਮੈਸੇਜ ਸੁਨੇਹਾ ਇਹ ਜਾਏਗਾ ਜਨਤਾ ਦੇ ਵਿੱਚ ਕਿ ਸਰਕਾਰ ਪਿੱਛੇ ਹਟ ਗਈ ਜਾਂ ਸਰਕਾਰ ਦੱਬ ਲਈ ਕਿਸਾਨਾਂ ਨੇ। ਜਦੋਂ ਕਿ ਮੈਸੇਜ ਹੁਣ ਵੀ ਇਹੀ ਜਾਏਗਾ ਕਿ ਸਰਕਾਰ ਨੂੰ ਪਿੱਛੇ ਹਟ ਕੇ ਝੁਕਣਾ ਪਿਆ, ਜਾਂ ਤੁਸੀਂ ਇਹਨੂੰ ਦੂਜੇ ਸ਼ਬਦਾਂ 'ਚ ਇਹ ਕਹਿ ਲਓ ਵੀ ਕਿਸਾਨਾਂ ਨੇ ਝੁਕਾ ਲਈ ਸਰਕਾਰ। ਪਰੰਤੂ ਇਹ ਹੈ ਵੀ ਜਿਹੜੇ ਵੱਡੇ ਲੋਕ ਹੁੰਦੇ ਨੇ ਥੋੜ੍ਹੇ ਜਿਹੇ, ਉਹ ਇਹ ਮੰਨਦੇ ਨਹੀਂ ਹੁੰਦੇ। ਉਹ ਇਹ ਕਹਿੰਦੇ ਨੇ ਕਿ ਨਹੀਂ ਜੀ, ਅਸੀਂ ਸਾਨੂੰ ਕਿਸੇ ਨੇ ਨਹੀਂ ਝੁਕਾਇਆ, ਅਸੀਂ ਤਾਂ ਆਪ ਹੀ ਮੰਨ ਗਏ। ਕਿਸਾਨਾਂ ਨੂੰ ਲੱਗਿਆ ਵੀ ਕੋਈ ਗੱਲ ਨਹੀਂ, ਸਾਡਾ ਤਾਂ ਮੁੱਖ ਮੁੱਦਾ ਹੈ ਜਿਹੜਾ ਉਹ ਬਿੱਲ ਵਾਪਸ ਕਰਾਉਣੇ ਸੀਗੇ, ਕਾਨੂੰਨ ਵਾਪਸ ਕਰਾਉਣੇ ਸੀ, ਜੋ ਹੋ ਗਏ ਤਾਂ ਠੀਕ ਹੈ। ਹੁਣ ਪਰਦੇ ਦੇ ਪਿੱਛੇ ਜਿਹੜਾ ਰੋਲ ਪਲੇ ਕੀਤਾ, ਉਹ ਰੋਲ ਪਲੇ 'ਚ ਮੈਨੂੰ ਇਹ ਲੱਗ ਰਿਹਾ ਹੈ ਕਿ ਵਿਚੋਲਿਆਂ ਦੀ ਇਹ ਗੱਲ ਕਿਸਾਨਾਂ ਨਾਲ ਤੈਅ ਨਹੀਂ ਹੋਈ ਕਿ ਤੁਸੀਂ ਕਿਵੇਂ ਪਿੱਛੇ ਹਟੋਗੇ। ਉਹਦੇ ਵਿੱਚ ਕਿਸਾਨਾਂ ਨੂੰ ਵੀ ਲੱਗਿਆ ਵੀ ਅਸੀਂ ਵੀ ਆਪਦਾ ਇੱਕ ਇਮੇਜ ਬਰਕਰਾਰ ਰੱਖਣਾ ਹੈ। ਦੂਜਾ, ਜਿਵੇਂ ਮੈਂ ਬਾਰ-ਬਾਰ ਕਹਿਣਾ ਕਿ ਕਿਸਾਨਾਂ ਉੱਤੇ, ਕਿਸਾਨਾਂ ਦੀ ਲੀਡਰਸ਼ਿਪ ਉੱਪਰ ਜਿਹੜਾ ਆਪ ਮੁਹਾਰੇ ਕਿਸਾਨ ਆਇਆ ਹੈ, ਉਹਨਾਂ ਦਾ ਇੱਕ ਦਬਾਅ ਹੈ ਕਿ ਸਾਨੂੰ ਦੱਸੋ ਤੁਸੀਂ ਕੀ ਲੈ ਕੇ ਚੱਲੇ ਹੋ। ਨੋ ਡਾਊਟ ਸਰਕਾਰ ਨੇ ਕਾਨੂੰਨ ਵਾਪਸ ਕਰ ਲਏ, ਪਰ ਉਹ ਕਾਨੂੰਨਾਂ ਦਾ ਜਿਹੜਾ ਅਸਰ ਪੈਣਾ ਸੀ ਉਹ ਇੱਕਦਮ ਉੱਥੇ ਪੈਣਾ ਸੀ ਜਿੱਥੇ MSP ਹੈ। MSP ਸਿਰਫ 3 ਸਟੇਟਾਂ 'ਚ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਇਹ ਕੁੱਲ ਅੰਦੋਲਨ ਦਾ ਜਿਹੜਾ ਲਾਭ ਮਿਲਣਾ ਹੈ ਕਿਸਾਨਾਂ ਨੂੰ, ਉਹ ਸਿਰਫ ਤੇ ਸਿਰਫ 3 ਸਟੇਟਾਂ ਦੇ ਕਿਸਾਨਾਂ ਨੂੰ ਮਿਲਿਆ ਜੀ। ਕਿ ਜਿਹੜੀ MSP ਪਹਿਲਾਂ ਹੋਂਦ 'ਚ ਸੀਗੀ, ਇਹ ਕਾਨੂੰਨਾਂ ਦੇ ਬਣਨ ਨਾਲ ਉਹਨੇ ਆਟੋਮੈਟਿਕਲੀ ਰੱਦ ਹੋ ਜਾਣਾ ਸੀ। ਭਾਵੇਂ ਸਰਕਾਰ ਨੇ ਬੜਾ ਰੌਲਾ ਪਾਇਆ, ਵੀ ਪ੍ਰਧਾਨ ਮੰਤਰੀ ਜੀ ਨੇ ਵੀ ਬਿਆਨ ਦਿੱਤਾ ਕਿ MSP ਥੀ, MSP ਹੈ, MSP ਰਹੇਗੀ। ਬਾਰ-ਬਾਰ ਉਦੋਂ ਵੀ ਇਹ ਗੱਲ ਉੱਠੀ, ਫਿਰ ਕਾਨੂੰਨ ਬਣਾਉਣ 'ਚ ਕੀ ਦਿੱਕਤ ਹੈ। ਹੁਣ ਜਦੋਂ ਉਹ ਕਾਨੂੰਨ ਰੋਲ ਬੈਕ ਹੋ ਗਏ, ਜਿਹੜੀਆਂ ਸਟੇਟਾਂ 'ਚ MSP ਦੀ ਪ੍ਰੈਕਟਿਸ ਸੀਗੀ, ਉਹ ਪ੍ਰੈਕਟਿਸ ਉਵੇਂ ਜਿਵੇਂ ਖੜੀ ਰਹਿ ਜੂਗੀ, ਬਚ ਜੂਗੀ। ਭਾਵੇਂ ਕਾਨੂੰਨ ਉੱਥੇ ਵੀ ਨਹੀਂ ਬਣਿਆ, ਉੱਥੇ ਵੀ ਵੈਸੇ ਦਿੱਤੀ ਹੋਈ ਹੈ ਇਹ ਇੱਕ ਪ੍ਰਣਾਲੀ 'ਚ, ਇੱਕ ਸਿਸਟਮ 'ਚ, ਕਾਨੂੰਨ ਉੱਥੇ ਵੀ ਨਹੀਂ ਹੈ। ਹੁਣ ਉਹ ਸਾਰੇ ਸਿਸਟਮ ਦੇ ਵਿੱਚ ਇੱਕ ਨਵੀਂ ਚੇਤਨਾ ਕਿਸਾਨਾਂ ਦੇ ਵਿੱਚ ਪੂਰੇ ਹਿੰਦੁਸਤਾਨ 'ਚ ਆਈ। ਹਿੰਦੁਸਤਾਨ ਦੇ ਕਿਸਾਨਾਂ ਨੂੰ ਲੱਗਿਆ ਕਿ 3 ਸੂਬਿਆਂ 'ਚ ਤਾਂ MSP ਦਿੱਤੀ ਹੋਈ ਹੈ, ਸਾਨੂੰ MSP ਕਿਉਂ ਨਹੀਂ ਦਿੱਤੀ ਜਾਂਦੀ। ਉਹ ਜਿਹੜੇ ਕਿਸਾਨਾਂ ਨੇ ਪਾਰਟੀਸਪੇਟ ਬਹੁਤ ਜ਼ੋਰ ਨਾਲ ਕੀਤਾ, ਤੇ ਉਹ ਕਿਸਾਨਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਕਿਸਾਨੀ ਲੀਡਰਸ਼ਿਪ ਦਾ ਜਿਹੜਾ ਚਿਹਰਾ ਹੈ, ਉਹਦਾ ਸਤਿਕਾਰ ਬਚਣਾ ਚਾਹੀਦਾ ਹੈ। ਕਿ ਉਹ ਫਿਰ ਉਹ ਪੁੱਛਦੇ ਨੇ ਜਦੋਂ ਕਿ ਸਾਡੇ ਲਈ ਕੀ ਹੋਇਆ, ਫਿਰ ਅਸੀਂ ਜਿਹੜੀ ਪਾਰਟੀਸਪੇਸ਼ਨ ਕੀਤੀ, ਜਿਹੜੀਆਂ ਪੰਚਾਇਤਸ ਕੱਲੀ ਵੈਸਟਰਨ, ਸਾਰੀ UP 'ਚ ਵੀ MSP ਹੈ ਨਹੀਂ। ਗੱਲ ਧਾਲੀਵਾਲ ਸਾਹਿਬ ਹੋਈ ਹੈ, ਠੀਕ ਹੈ ਕਿ ਨਹੀਂ ਜੀ। ਉਹ ਫਿਰ ਕਹਿੰਦੇ ਵੀ ਸਾਡੇ ਜਿਹੜੀਆਂ ਪੰਚਾਇਤਸ ਕੀਤੀਆਂ ਸੀ, ਜਾਂ ਮੱਧ ਪ੍ਰਦੇਸ਼ 'ਚ ਪੰਚਾਇਤ ਕੀਤੀ, ਮਹਾਰਾਸ਼ਟਰ 'ਚ ਪੰਚਾਇਤ ਕੀਤੀ, ਉਹਦਾ ਫਿਰ ਸਾਨੂੰ ਤਾਂ ਕੋਈ ਫਾਇਦਾ ਨਾ ਹੋਇਆ। ਸਰਕਾਰ ਇੱਥੇ ਆ ਕੇ ਫਸ ਗਈ, ਆਨੇ ਬਹਾਨੇ ਲਾਉਂਦੀ ਹੈ ਸਰਕਾਰ। ਅੱਜ ਫੇਰ ਮੈਂ ਆਰਟੀਕਲ ਪੜ੍ਹਿਆ ਦਵਿੰਦਰ ਸ਼ਰਮਾ ਜੀ ਦਾ, ਉਹ ਕੋਈ ਬਾਲਾ ਲੰਬਾ ਚੌੜਾ ਕੰਮ ਨਹੀਂ ਹੈ, ਇਹ ਬਿਲਕੁਲ ਝੂਠ ਬੋਲਦੀ ਹੈ ਸਰਕਾਰ। ਆਪਦੇ ਚਹੇਤਿਆਂ ਰਾਹੀਂ ਕੁਛ ਲੋਕਾਂ ਵੱਲੋਂ ਇੱਦਾਂ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਇਹਦੇ ਜੀ 1 ਲੱਖ ਕਰੋੜ, ਕੋਈ ਕਹਿੰਦਾ 17 ਲੱਖ ਕਰੋੜ, ਕੋਈ ਕਹਿੰਦਾ ਇੰਨੇ ਲੱਖ ਕਰੋੜ ਪੈਸਾ ਚਾਹੀਦਾ, ਜਦੋਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਇਹ ਬਹੁਤ ਜ਼ਿਆਦਾ ਨਹੀਂ। ਅੱਜ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਸ਼ਾਇਦ ਟੋਟਲ ਬਜਟ ਦੇ 1% ਪੈਸੇ ਨਾਲ ਇਹ ਸਾਰੀ ਵਿਵਸਥਾ ਬਚਾਈ ਜਾ ਸਕਦੀ ਹੈ। ਦੂਸਰਾ ਇਹ ਹੈ, ਕਿਸਾਨ ਇਹ ਮੰਗ ਕਰਦੇ ਨੇ, ਜਿਵੇਂ MSP ਦੀ ਇੱਕ ਪ੍ਰੈਕਟਿਸ ਪਹਿਲਾਂ ਹੈਗੀ ਹੈ ਜੀ, ਆਮ ਲੋਕਾਂ ਨੂੰ ਇਹ ਗੱਲਾਂ ਦਾ ਨਹੀਂ ਪਤਾ, ਪਰ ਹੁਣ ਪਤਾ ਲੱਗਿਆ। ਕੁਛ ਕੁ ਵਿਦਵਾਨਾਂ ਨੂੰ ਪਹਿਲਾਂ ਪਤਾ ਸੀ ਕਿ ਜਿਹੜੀ ਗੰਨੇ ਤੇ MSP ਮਿਲਦੀ ਹੈ
ਉਹ ਕਣਕ ਤੇ ਜੀਰੀ ਵਾਂਗੂ ਨਹੀਂ ਹੈ। ਬਿਲਕੁਲ ਗੰਨਾ ਸਰਕਾਰ ਨਹੀਂ ਨਹੀਂ ਖਰੀਦਦੀ, ਖਰੀਦਦੀ, ਬਿਲਕੁਲ। ਪਰ ਉਸ ਤੇ ਮਿੱਲਾਂ ਵਾਲਿਆਂ ਤੇ ਇੱਕ ਸ਼ਰਤ ਲੱਗਦੀ ਹੈ ਕਿ ਤੁਸੀਂ ਇਸ ਰੇਟ ਤੋਂ ਘੱਟ ਗੰਨਾ ਨਹੀਂ ਖਰੀਦੋਗੇ। ਸੋ ਸਿੰਪਲ ਗੱਲ ਇੰਨੀ ਕੁ ਹੈ ਕਿ ਸਰਕਾਰ ਇੱਦਾਂ ਇੱਕ ਕਾਨੂੰਨ ਬਣਾ ਦੇਵੇ ਕਿ ਜਿਹੜਾ ਜਿੰਨਾ ਅਨਾਜ ਸਰਕਾਰ ਖਰੀਦ ਸਕਦੀ ਹੈ ਖਰੀਦੇ, ਪਰੰਤੂ ਜੋ ਪ੍ਰਾਈਵੇਟ ਪਲੇਅਰ ਅਨਾਜ ਖਰੀਦਣਗੇ ਉਹ ਅਨਾਜ ਉਸ ਜਿਹੜੇ ਪ੍ਰਭਾਸ਼ਿਤ ਰੇਟ ਹੈ, ਜਿਹੜਾ ਤੈਅ ਕੀਤਾ ਰੇਟ ਹੈ ਜਿਹਨੂੰ ਅਸੀਂ MSP ਕਹਿੰਦੇ ਆ, ਉਸ ਤੋਂ ਘੱਟ ਖਰੀਦਣਾ ਇਹ ਕਾਨੂੰਨੀ ਤੌਰ ਤੇ ਜ਼ੁਰਮ ਹੋਏਗਾ। ਮੈਂ ਤੁਹਾਨੂੰ ਫਿਰ ਦੱਸਦਾ, ਜਿਵੇਂ ਸਾਡੇ ਮਿਨੀਮਮ ਵੇਜ ਐਕਟ ਦੇ ਤਹਿਤ ਇੱਕ ਮਿਨੀਮਮ ਦਿਹਾੜੀ ਤੈਅ ਹੈ ਕਿ ਜੇਕਰ ਮੈਂ ਜਾਂ ਤੁਸੀਂ ਆਮ ਆਦਮੀ ਨੇ ਕਿਸੇ ਨੇ ਦਿਹਾੜੀ ਤੇ ਮਜ਼ਦੂਰ ਲੈ ਕੇ ਜਾਣਾ ਹੈ, ਜੇ ਉਸ ਤੋਂ ਨੀਚੇ ਅਸੀਂ ਮਜ਼ਦੂਰੀ ਦਿੰਨੇ ਆ ਉਹਨੂੰ ਜੀ, ਚਾਹੇ ਉਹਦੀ ਸਹਿਮਤੀ ਵੀ ਨਾਲ ਲੈ ਲਈਏ, ਪਰ ਉਹ ਇੱਕ ਕਾਨੂੰਨੀ ਜੁਰਮ ਹੈ। ਸੋ ਇਸ ਤਰ੍ਹਾਂ ਸਿੰਪਲ ਇਹ ਗੱਲ ਹੈ ਕਿ ਇਹ ਕਾਨੂੰਨੀ ਜੁਰਮ ਹੋਊਗਾ ਜੇ ਕੋਈ ਜਿਣਸ, ਕੋਈ ਉਤਪਾਦ ਕਿਸਾਨ ਦਾ ਉਸ ਤੈਅ ਰੇਟ ਤੋਂ ਨੀਚੇ ਖਰੀਦਿਆ ਜਾਵੇ। ਸੋ ਉਹਦੇ ਲਈ ਸਰਕਾਰ ਨੇ ਇੱਕ ਸਿਚੁਏਸ਼ਨ ਬਣਾਈ ਸੀ, ਕਮੇਟੀ ਕਿਸਾਨਾਂ ਤੇ ਸਿੱਟਤੀ ਸੀ ਇਹ ਗੱਲ ਕਿ ਕਿਸਾਨ ਕਮੇਟੀ ਦੇਣਗੇ। ਸ਼ਾਇਦ ਸਰਕਾਰ ਨੂੰ ਇਹ ਲੱਗਦਾ ਹੋਏਗਾ, ਮੈਨੂੰ ਫਿਰ ਉਹੀ ਗੱਲ ਆਉਂਦੀ ਹੈ ਕਿ ਇਸ ਗੱਲ ਤੇ ਕਿਸਾਨਾਂ ਦੇ ਮਤਭੇਦ ਹੋ ਜਾਣ, ਉਹ ਕੋਈ ਫੁੱਟ ਪੈ ਜੇ। ਉਹਦੇ ਵਿੱਚੋਂ ਮੇਰਾ ਖਿਆਲ ਹੈ ਕਿਸਾਨਾਂ ਨੇ ਅੱਜ ਆਪਣੀ ਇੱਕ ਮੀਟਿੰਗ ਦੇ ਵਿੱਚ ਇਹ ਤੈਅ ਕਰ ਲਿਆ ਕਿ ਆਹ ਸਾਡੀ ਕਮੇਟੀ ਹੋਏਗੀ, ਕਮੇਟੀ ਦੇ ਨਾਂ ਸਰਕਾਰ ਨੂੰ ਭੇਜਤੇ, ਤੇ ਹੁਣ ਸਰਕਾਰ ਬੜੀ ਜਲਦੀ ਉਹਨਾਂ ਨਾਲ ਦਿਖਾਵੇ ਕਿ ਤੇਜ਼ੀ ਨਾਲ ਕੀ ਕੰਮ ਕਰਨਾ ਚਾਹੁੰਦੇ ਨੇ, ਤੇ ਉਹਨਾਂ ਨਾਲ ਮੀਟਿੰਗ ਕਰਕੇ ਕਿਸੇ ਸਿੱਟੇ ਤੇ ਪਹੁੰਚਣ। ਉਹ ਸਿੱਟੇ ਤੇ ਪਹੁੰਚਣ ਕੇ ਅਸਲ 'ਚ ਜਿਹੜਾ ਮੁੱਦਾ ਫਸਿਆ ਹੋਇਆ ਇੱਥੇ ਹੈ, ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਅਸੀਂ MSP ਦੇਣੀ ਹੈ ਜਾਂ ਨਹੀਂ ਦੇਣੀ, ਇਹਦੇ ਉੱਤੇ ਕਮੇਟੀ ਬਣਾਉਣੀ ਹੈ, ਜਦੋਂ ਕਿ ਕਿਸਾਨ ਮੰਗ ਕਰ ਰਹੇ ਨੇ ਕਿ MSP ਦਾ ਕਾਨੂੰਨ ਬਣਾਇਆ ਜਾਵੇ ਤੇ MSP ਦਾ ਵਿਧੀ ਵਿਧਾਨ ਦੇਣ ਦਾ ਕੀ ਹੋਵੇ, ਕਮੇਟੀ ਉਹਦੇ ਤੇ ਬਣਾਈ ਜਾਵੇ। ਹੁਣ ਮੈਨੂੰ ਨਹੀਂ ਪਤਾ ਅਜੇ ਆਉਣ ਵਾਲੇ ਸਮੇਂ 'ਚ ਤੈਅ ਹੋਏਗਾ ਕਿ ਇਹ ਕਮੇਟੀ ਜਿਹੜੀ ਬਣਾਈ ਗਈ ਹੈ, ਇਹਦੀ ਨੋਟੀਫਿਕੇਸ਼ਨ ਤੋਂ ਪਤਾ ਲੱਗੂਗਾ, ਬਣੇਗੀ ਕਿ ਭਾਵੇਂ ਕਿਸਾਨਾਂ ਨੇ ਆਪਣੇ ਨਾਂ ਦੇਤੇ, ਸਰਕਾਰ ਜਦੋਂ ਨੋਟੀਫਿਕੇਸ਼ਨ ਬਣੇਗੀ ਕਿ ਇਹ ਕਮੇਟੀ ਬਣ ਗਈ ਤੇ ਇਹ ਕਮੇਟੀ ਦਾ ਅਧਿਕਾਰ ਖੇਤਰ ਕੀ ਹੋਏਗਾ, ਇਹਨੇ ਕਿਹੜਾ ਫੈਸਲਾ ਤੈਅ ਕਰਨਾ ਹੈ, ਕੀ ਤੈਅ ਕਰੇਗੀ ਕਿ MSP ਕਿੱਦਾਂ ਦਿੱਤੀ ਜਾਵੇ, ਜਾਂ ਇਹ ਤੈਅ ਕਰੇਗੀ ਕਿ MSP ਅਸੀਂ ਦੇਣੀ ਹੈ, ਕਾਨੂੰਨ ਬਣ ਗਿਆ, ਪਰ ਉਹਦੀ ਵਿਧੀ ਕੀ ਹੋਵੇ, ਉਹਦੀ ਵਿਧੀ ਤੈਅ ਕੀਤੀ ਜਾਵੇ। ਇਸ ਗੱਲ ਤੇ ਅਜੇ ਵੀ ਬਹੁਤ ਜਿਹੜਾ ਸਾਫ਼ ਨਹੀਂ ਹੈ ਸਿਚੁਏਸ਼ਨ। ਆਉਣ ਵਾਲੇ ਸਮੇਂ 'ਚ ਇਹ ਸਿਚੁਏਸ਼ਨ ਸਾਫ਼ ਹੋ ਜਾਏਗੀ ਮੇਰਾ ਖਿਆਲ। ਜੀ ਧਾਲੀਵਾਲ ਸਾਹਿਬ, ਪਰ ਤੁਸੀਂ ਵੀ ਜੇਕਰ ਤੁਸੀਂ ਗੱਲ ਕੀਤੀ ਦਵਿੰਦਰ ਸ਼ਰਮਾ ਦਾ ਰੈਫਰੈਂਸ ਦਿੱਤਾ ਤੁਸੀਂ ਕਿ ਐਡੀ ਕੋਈ ਵੱਡੀ ਗੱਲ ਨਹੀਂ ਹੈ MSP ਦੀ, ਪਰ ਸਰਕਾਰ ਅੜੀ ਕਿਉਂ ਹੋਈ ਹੈ? ਕੀ ਸਰਕਾਰ ਦੀ ਆਹ ਮਨਸ਼ਾ ਹੋ ਸਕਦੀ ਹੈ ਕਿ ਫਿਊਚਰ ਦੇ ਵਿੱਚ ਅਸੀਂ ਇਹ ਕਾਨੂੰਨ ਫਿਰ ਕਿਤੋਂ ਲੈ ਕੇ ਆਈਏ ਤੇ ਉੱਥੇ ਫਿਰ MSP ਰੇਟ? ਦੇਖੋ, ਇਹਦੇ ਵਿੱਚ ਮੈਂ 2-3 ਗੱਲਾਂ ਦੇਖਦਾ। ਇੱਕ ਤਾਂ ਹਰ ਇੱਕ ਸਰਕਾਰ ਨੂੰ ਇਹ ਹੁੰਦਾ ਹੈ ਕਿ ਹਿੰਗ ਲੱਗੇ ਨਾ ਫਟਕੜੀ ਤੇ ਬਹੂ ਸਾਡੇ ਘਰ ਆ ਜੀ। ਸਰਕਾਰ ਨੂੰ ਇਹ ਲੱਗ ਰਿਹਾ ਹੈ ਕਿ ਅਨਾਜ ਦੇ, ਖਾਣ ਵਾਲੀਆਂ ਚੀਜ਼ਾਂ ਦੇ ਰੇਟ ਤਾਂ ਰਹਿਣ ਸਸਤੇ, ਪਰ ਉਹਦੇ ਵਿੱਚੋਂ ਵਿਚੋਲੇ ਤੇ ਸਰਕਾਰਾਂ ਤੇ ਜ਼ਖੀਰੇਬਾਜ਼ ਜਿਹੜੇ ਸਟੋਰ ਕਰਦੇ ਨੇ ਚੀਜ਼ਾਂ ਨੂੰ, ਉਹ ਵੱਧ ਪੈਸੇ ਕਮਾਉਣ। ਤੇ ਉਹਦਾ ਇੱਕੋ ਹੀ ਹੱਲ ਇਹ ਹੋਇਆ, ਇਹਦਾ ਮਤਲਬ ਇਹ ਹੋਇਆ ਕਿ ਪ੍ਰੋਡਿਊਸਰ ਨੂੰ ਪੈਸੇ ਘੱਟ ਮਿਲਣ, ਕਿਸਾਨ ਨੂੰ ਪੈਸੇ ਘੱਟ ਮਿਲਣ, ਤੇ ਜਿਹੜੇ ਵਿਚੋਲੀਏ ਨੇ ਉਹਨਾਂ ਨੂੰ ਬਚਤ ਵੱਧ ਹੋਵੇ। ਪਰ ਇੱਕ ਸ਼ਰਤ ਇਹ ਹੁੰਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਗਰੀਬ ਮੁਲਕ ਹੈ, ਇੱਥੇ ਬਹੁਤ ਦੁਨੀਆ ਗਰੀਬ ਹੈ ਜਿਨ੍ਹਾਂ ਕੋਲ ਰੋਟੀ ਖਾਣ ਜੋਗੇ ਪੈਸੇ ਨਹੀਂ ਜੀ। ਜੇ ਆਪਾਂ ਮਾੜੀ ਜੀ ਚੰਗੀ ਰੋਟੀ ਕਹਿ ਦਈਏ ਨਾ, ਉਹ ਤੁਸੀਂ ਵੀ ਦੇਖਦੇ ਹੋ, 100 ਰੁਪਏ ਤੋਂ ਘੱਟ ਕਿਸੇ ਹੋਟਲ ਢਾਬੇ ਤੇ ਬਹਿ ਜਾਓ, 100 ਰੁਪਏ ਤੋਂ ਘੱਟ ਕੋਈ ਖਾਣਾ ਨਹੀਂ ਆਉਂਦਾ। ਬਿਲਕੁਲ। ਤੇ ਜੇ 3 ਵੇਲੇ ਦਾ ਇੱਕ ਬੰਦੇ ਦਾ 300 ਰੁਪਏ ਦਾ ਖਾਣਾ ਆਵੇਗਾ, ਤਾਂ ਬੱਚੇ ਨੇ, ਉਹਦੇ ਕੋਲੇ ਉਹਦੀ ਪਤਨੀ ਹੈ, ਜੇ ਘਰ ਦੇ 5 ਜੀਅ ਨੇ, ਇੱਕ ਬੰਦਾ ਕਮਾਉਂਦਾ ਹੈ 400 ਰੁਪਏ ਦੀ ਦਿਹਾੜੀ ਲਾਉਂਦਾ, ਤਾਂ 400 ਰੁਪਏ 'ਚ ਕਿੱਥੋਂ ਖਾਣਾ ਲਿਆਏਗਾ ਉਹ? ਬਿਲਕੁਲ। ਇਹ ਸਰਕਾਰ ਨੂੰ ਹੈ ਵੀ ਨਾਲੇ ਤਾਂ ਅਸੀਂ ਪੈਸੇ ਕਮਾਈਏ, ਪਰੰਤੂ ਰੇਟ ਨਾ ਵਧਣ। ਜੇਕਰ ਮਿਨੀਮਮ ਰੇਟ ਫਿਕਸ ਹੋ ਜਾਂਦਾ ਹੈ ਤਾਂ ਫਿਰ ਵਿਚੋਲਿਆਂ ਦੇ ਪੈਸੇ ਵੀ ਜੇ ਇੰਨੇ ਹੀ ਰਹਿਣ ਤਾਂ ਇਹਦੇ ਨਾਲ ਖਾਣ ਪੀਣ ਵਾਲੀਆਂ ਵਸਤਾਂ ਦੇ ਰੇਟ ਵਧਣਗੇ। ਪਰ ਇਹਦੇ ਵਿੱਚ ਕਿਸਾਨ ਜਿਹੜਾ ਪੈਦਾ ਕਰ ਰਿਹਾ ਹੈ ਫਸਲ, ਉਹਦਾ ਕਸੂਰ ਨਹੀਂ, ਕਸੂਰ ਸਰਕਾਰ ਦਾ ਜਿਹੜੀ ਉਹ ਕੀਮਤਾਂ ਦਾ ਨਿਯੰਤਰਣ ਨਹੀਂ ਕਰਦੀ। ਹੁਣ ਬੜਾ ਰੌਲਾ ਪੈ ਚੁੱਕਿਆ ਇਸ ਵਾਰ ਕਿ ਇਸ ਵਾਰ ਹਿਮਾਚਲ ਦੇ ਵਿੱਚ ਪ੍ਰਤੀ ਕਿਲੋ
ਸੇਬ ਦਾ ਰੇਟ ਜਦੋਂ ਦੇ ਸਟੋਰ ਲਾਗੂ ਹੋਏ ਨੇ 80 ਰੁਪਏ ਜਿਹੜਾ ਪਿਛਲੇ ਵਾਰੀ ਸੀ, ਜਿਹੜਾ ਕੁਆਲਿਟੀ ਦਾ ਸੇਬ ਜੀ 80 ਰੁਪਏ ਕਿਲੋ ਤੋਂ ਉਹ 60 ਰੁਪਏ ਕਿਲੋ ਆ ਗਿਆ। ਬਹੁਤ ਹਾਈ ਕੁਆਲਿਟੀ ਦਾ ਸੇਬ ਜਿਹੜਾ ਬਾਹਰ ਜਾਂਦਾ ਵਿਦੇਸ਼ਾਂ 'ਚ, ਉਹਦੀ ਗੱਲ ਕਰ ਰਿਹਾ ਮੈਂ। ਜੇ 1 ਸਾਲ 'ਚ 20 ਰੁਪਏ ਕਿਲੋ ਦਾ ਰੇਟ ਘਟੇਗਾ ਤਾਂ ਤੁਸੀਂ ਦੇਖੋ ਨਾ ਵੀ ਪ੍ਰੋਡਿਊਸਰ ਨੂੰ ਨੁਕਸਾਨ ਕਿੰਨਾ ਹੋਏਗਾ। ਦੂਜੇ ਪਾਸੇ ਤੁਸੀਂ ਦੇਖੋ ਵੀ ਜਿਹੜਾ ਸੇਬ ਅਸੀਂ ਖਰੀਦਦੇ ਹਾਂ, ਕੀ ਪਿਛਲੇ ਸਾਲ ਨਾਲੋਂ ਉਸ ਦਾ ਕੋਈ ਫਰਕ ਪਿਆ? ਉਹਦਾ ਦਿਖਾਈ ਦੇਊਗਾ, ਬਿਲਕੁਲ ਨਹੀਂ ਪਿਆ। ਤੁਸੀਂ ਹੁਣ ਪਿਆਜ਼ ਇੱਥੇ ਕਿੰਨੇ ਦਾ ਖਰੀਦਦੇ ਹੋ ਮੈਨੂੰ ਨਹੀਂ ਪਤਾ, ਉਹ 'ਚ ਸੱਚੀ ਗੱਲ ਕਿੰਨੀ ਕੁ ਹੈ, ਪਰ ਲੱਗਦਾ ਹੈ ਬਿਲਕੁਲ ਪੱਕਾ ਬਿੱਲ ਦਿੱਤਾ ਹੋਇਆ। WhatsApp ਤੇ ਕੱਲ ਕਿਸੇ ਨੇ ਪਾਇਆ ਹੈ ਕਿ ਸ਼ੋਲਾਪੁਰ ਦੇ ਵਿੱਚ ਪਿਆਜ਼ ਵੇਚ ਕੇ ਗਿਆ ਕੋਈ ਬੰਦਾ, ਉਹਦਾ ਨਾਂ, ਉਹਦਾ ਬਿੱਲ ਨੰਬਰ ਸਾਰਾ ਕੁਝ ਦਿਖਾਈ ਦਿੰਦਾ ਹੈ, ਵੈਰੀਫਾਈ ਕੀਤਾ ਜਾ ਸਕਦਾ ਉਹ, ਕਿ ਉਹ ਬੰਦਾ 1600 ਕੁਛ ਰੁਪਏ ਦੇ ਪਿਆਜ਼ ਵੇਚ ਕੇ ਗਿਆ ਤੇ ਉਹਦਾ ਮੋਟਰ ਦਾ ਭਾੜਾ ਜਿਹੜਾ ਟੈਂਪੂ ਲੈ ਕੇ ਆਇਆ ਤੇ ਉਹਦਾ ਤੁਲਾਈ ਦਾ ਖਰਚਾ, ਸਫਾਈ ਦਾ ਖਰਚਾ, ਮੰਡੀ ਦਾ ਖਰਚਾ ਪਾ ਕੇ 13 ਰੁਪਏ ਬਚਾ ਕੇ 1600 ਦੀ ਫਸਲ ਚੋਂ 1600 ਦੀ ਫਸਲ ਚੋਂ 13 ਰੁਪਏ ਬਚਾ ਕੇ ਉਹ ਘਰ ਨੂੰ ਲੈ ਗਿਆ ਜੀ। ਤੇ ਮੈਨੂੰ ਦੱਸੋ ਨਾ, ਉਹ ਵਿਚਾਰਾ ਉਹਨੇ ਰੋਟੀ ਵੀ ਖਾਧੀ ਹੋਊਗੀ, ਚਾਹ ਪੀਤੀ ਹੋਊਗੀ, ਮਤਲਬ 13 ਰੁਪਏ ਦੇ ਵਿੱਚ ਕੀ ਵਾਪਸ ਹੋਇਆ ਉਹਨੂੰ? ਫਿਰ ਜਿਹੜੀ ਆਪਾਂ ਇਸ ਗੱਲ ਤੋਂ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਨਾ, ਆਮ ਜਨਤਾ ਨੂੰ ਸਮਝ ਆਉਣੀ ਚਾਹੀਦੀ ਹੈ। ਜਦੋਂ ਆਪਾਂ ਨੂੰ ਲੱਗਦਾ ਨਾ ਵੀ ਵਿਚਾਰੇ ਕਿਸਾਨ ਜਿਹੜੇ ਨੇ ਨਾ, ਉਹ ਕਈ ਵਾਰੀ ਆਲੂ ਸੜਕਾਂ ਤੇ ਕਿਉਂ ਸਿੱਟ ਦਿੰਦੇ ਨੇ, ਇਹਦੇ ਨਾਲੋਂ ਤਾਂ ਮੰਡੀ 'ਚ ਤਾਂ ਸਿੱਟ ਦੇਣ 4 ਰੁਪਏ ਦਾ ਵੱਢਣ, ਉਹ ਮੰਡੀ 'ਚ ਤਾਂ ਸਿੱਟ ਦੇਣਾ, ਆਹ ਚੀਜ਼ਾਂ ਦਾ ਖਰਚਾ ਉਦੋਂ ਵੱਧ ਪੈਂਦਾ ਉਹਨਾਂ ਨੂੰ, ਉਹ ਮਜਬੂਰੀ 'ਚ ਸਿੱਟਦੇ ਨੇ, ਉਹਨਾਂ ਨੂੰ ਕੋਈ ਚਾਅ ਨਹੀਂ ਹੁੰਦਾ, ਉਹ ਗੁੱਸੇ 'ਚ ਸਿੱਟਦੇ ਨੇ। ਤੁਸੀਂ ਕਈ ਵਾਰੀ ਪੜ੍ਹਦੇ ਹੋ ਕਿ ਟਮਾਟਰ ਪਸ਼ੂਆਂ ਨੂੰ ਪਾਤੇ, ਆਲੂ ਸੜਕਾਂ ਤੇ ਸਿੱਟ ਤੇ, ਇੱਦਾਂ ਦੀਆਂ ਖਬਰਾਂ ਆਪਾਂ ਪੜ੍ਹਦੇ ਹਾਂ ਨਾ, ਉਹਦਾ ਆਹ ਕਾਰਨ ਹੈ। ਸੋ ਇੱਥੇ ਇਹ ਹੈ ਕਿ ਸਰਕਾਰਾਂ ਨੂੰ ਇਹ ਚੀਜ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਸੋਚਣਾ ਚਾਹੀਦਾ ਇਹਦੇ ਬਾਰੇ, ਔਰ ਇਹਦਾ ਪ੍ਰਬੰਧ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਮੈਂ ਤੁਹਾਨੂੰ ਕਹਿਣਾ ਕਿ ਇਹ ਆਸਾਨੀ ਨਾਲ ਹੋ ਸਕਦਾ, ਕੋਈ ਇਹ ਤਾਂ ਵਿਦਵਾਨਾਂ ਨੇ ਹੁਣ ਬਹੁਤ ਸਾਹਮਣੇ ਰੱਖਦਾ ਸਾਰਾ ਕੁਝ ਕਿ ਇਹਦੇ ਵਿੱਚ ਕੋਈ ਬਹੁਤ ਵੱਡੀ ਔਖੀ ਗੱਲ ਨਹੀਂ ਹੈ ਜੀ। ਜੇ ਸਰਕਾਰ ਇਹ ਕਹਿੰਦੀ ਹੈ ਕਿ ਜੀ ਇੰਨੇ ਪੈਸੇ ਕਿੱਥੋਂ ਆਉਣਗੇ, ਤੇ ਜਿਹੜੀ ਉਹ ਵਿਸਟਾ ਬਿਲਡਿੰਗ ਬਣ ਰਹੀ ਹੈ ਉਹਦੇ ਲਈ ਪੈਸੇ ਕਿੱਥੋਂ ਆਏ ਨੇ? ਤੇ ਜਿਹੜੀ ਸਰਦਾਰ ਪਟੇਲ ਦੀ, ਮੈਂ ਉਹਦੇ ਵਿਰੁੱਧ ਨਹੀਂ ਹੈਗਾ, ਸਰਦਾਰ ਪਟੇਲ ਦੀ ਮੂਰਤੀ ਬਣੀ ਹੈ ਉਹਦੇ ਲਈ ਪੈਸੇ ਕਿੱਥੋਂ ਆਏ ਨੇ? ਜਿਹੜੇ 2 ਜਹਾਜ਼ ਪ੍ਰਧਾਨ ਮੰਤਰੀ ਜੀ ਲਈ ਖਰੀਦੇ ਆਏ ਨੇ ਉਹਦੇ ਲਈ ਪੈਸੇ ਕਿੱਥੋਂ ਆਏ ਨੇ? ਮਤਲਬ ਪੈਸੇ ਕਿੱਥੋਂ ਆਉਣਗੇ? ਸਰਕਾਰ ਨੇ ਦੇਖਣਾ ਕਿੱਥੋਂ ਆਉਣਗੇ, ਬਜਟ ਨੂੰ ਕਿਵੇਂ ਖਰਚਣਾ ਹੈ। ਕੋਈ ਇਹ ਥੋੜਾ ਵੀ ਸਰਕਾਰ ਕੋਲ ਪੈਸੇ ਹੀ ਨਹੀਂ ਹੈਗੇ, ਇਹ ਤਾਂ ਸਿਰਫ ਇੰਨਾ ਹੀ ਦੇਖਣਾ ਨਾ ਵੀ ਸਾਡੀ ਜਿਹੜੀ ਪ੍ਰਮੁੱਖਤਾ ਨਾਲ, ਜਿਹਨੂੰ ਅਸੀਂ ਪ੍ਰਾਇੋਰਟੀ ਕਹਿੰਦੇ ਆ, ਪਹਿਲ ਕੀ ਹੈ। ਕਿਸਾਨ ਸਾਡੀ ਪਹਿਲ ਤੇ ਹੈਗੇ ਨੇ ਤਾਂ ਕਿਸਾਨਾਂ ਨੂੰ ਪੈਸੇ ਦੇ ਦਿੱਤੇ ਜਾਣਗੇ। ਜੇ ਸਾਡੀ ਪਹਿਲ ਤੇ ਕਿਸਾਨ ਨਹੀਂ ਤਾਂ ਮਤਲਬ ਜਿਹੜੇ ਸਾਡੇ ਭਗੌੜੇ ਨੇ, ਕੀ ਸੀ ਉਹਦਾ ਨਾਮ, ਮੇਹੁਲ ਚੌਕਸੀ ਹੋਣੀ, ਜਿਹੜੇ ਉਹਨਾਂ ਦੇ ਡੈਡ ਬਿੱਲ ਨੇ ਕੱਲ ਪਰਸੋਂ ਉਹ ਮਾਫ ਕਰਤੇ, ਉਹ ਮਤਲਬ 4000 ਕਰੋੜ 7000 ਕਰੋੜ ਐਦਾਂ ਕਰੋੜਾਂ 'ਚ ਨੇ। ਤੇ ਜੇ ਉਹ ਮਾਫ ਹੋ ਸਕਦੇ ਨੇ ਤਾਂ ਇੱਥੇ ਲਈ ਪੈਸੇ ਕਿਉਂ ਨਹੀਂ ਆ ਸਕਦੇ? ਮਤਲਬ ਇਹ ਗੱਲ ਦੀ ਕੋਈ ਸਮਝ ਨਹੀਂ ਆ ਰਹੀ। ਇਹ ਕੋਈ ਬਹੁਤ, ਮੈਂ ਫਿਰ ਕਹਿਣਾ, ਔਖਾ ਤਾਂ ਫੇਰ ਹੁੰਦਾ, ਔਖੇ ਤੋਂ ਬਿਨਾਂ ਨਾਮੁਮਕਿਨ ਬਿਲਕੁਲ ਨਹੀਂ ਹੈ, ਇਹ ਹੋਣ ਵਾਲੇ ਕੰਮ ਨੇ। ਪਰੰਤੂ ਸਰਕਾਰਾਂ ਦੀ ਪਹਿਲ ਚਾਹੀਦੀ ਹੈ, ਉਹਨਾਂ ਨੂੰ ਚਾਹੀਦਾ ਕਿ ਮਜ਼ਦੂਰ ਤੇ ਕਿਸਾਨ ਨੂੰ ਤੇ ਛੋਟੇ ਵਪਾਰੀ ਨੂੰ ਬਚਾਉਣਾ ਹੈ ਜੀ। ਜੇ ਬਚਾਉਣਾ ਤਾਂ ਇਹ ਹੋ ਜਾਏਗਾ ਕੰਮ। ਧਾਲੀਵਾਲ ਸਾਹਿਬ, ਆਖਰੀ ਸਵਾਲ, ਅੰਦੋਲਨ ਦੀ ਹੁਣ ਵਾਪਸੀ ਤੁਸੀਂ ਕਿਵੇਂ ਦੇਖਦੇ ਹੋ? ਕਿ ਤਾਂ MSP ਦਾ ਗੱਲ ਤਾਂ ਆਪਾਂ ਕਰੇ ਰਹੇ ਹਾਂ। ਦੇਖੋ, ਜਿਸ ਤਰ੍ਹਾਂ ਸਰਕਾਰ ਨੇ ਆਪਦੀ ਚਲਾਕੀ ਕਰ ਲਈ ਕਿ ਦੇਖੋ ਜੀ ਅਸੀਂ ਕਿਸਾਨਾਂ ਤੋਂ ਨਹੀਂ ਡਰੇ ਡੁਰੇ, ਨਾ ਹੀ ਅਸੀਂ ਕਿਸਾਨਾਂ ਨੂੰ ਕੁਛ ਸਮਝਿਆ, ਤੇ ਕਿਸਾਨਾਂ ਨੂੰ ਹਾਲੇ ਵੀ ਉਹਨਾਂ ਨੇ ਕੁਛ ਕਿਸਾਨ ਦੱਸਿਆ ਕਿ ਥੋੜੇ ਕਿਸਾਨ ਨੇ, ਤੇ ਐਸੇ ਵੈਸੇ ਹੀ ਇਹ ਸਾਰਾ ਕੁਝ ਕਰਤਾ। ਇਹਦੇ ਨਾਲ ਮੈਨੂੰ ਇਹ ਲੱਗ ਰਿਹਾ ਵੀ ਕਿਸਾਨਾਂ ਨੂੰ ਵੀ ਵਾਪਸੀ ਮੁੜਨ ਤੇ ਇੱਕ ਦਿੱਕਤ ਆ ਰਹੀ ਹੈ ਕਿ ਅਸੀਂ ਲੋਕਾਂ ਨੂੰ ਜਾ ਕੇ ਕੀ ਕਹੀਏ। ਜੇ ਤਾਂ ਇਹ ਕਾਨੂੰਨ ਵਾਪਸ ਲੈ ਲੈਂਦੇ ਨਾ ਉਹਨਾਂ ਦੇ ਨਾਲ ਗੱਲ ਕਰਕੇ, ਸ਼ਾਇਦ ਕਿਸਾਨ ਇਸੇ ਗੱਲ ਤੇ ਮੁੜ ਜਾਂਦੇ। ਮੈਂ ਫਿਰ ਬਾਰ-ਬਾਰ ਕਹਿਣਾ ਕਿ ਜਦੋਂ ਕੋਈ ਵੀ ਗੱਲਬਾਤ ਤੈਅ ਹੁੰਦੀ ਹੈ, ਗੱਲਬਾਤ ਤੈਅ ਹੁੰਦੀ ਹੈ ਤੁਹਾਡੀ ਬਾਰਗੇਨਿੰਗ ਪਾਵਰ ਦੇ ਨਾਲ, ਤੁਹਾਡੀ ਤਾਕਤ ਦੇ ਨਾਲ। ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡਾ ਕੇਸ ਕਮਜ਼ੋਰ ਹੈ ਤਾਂ ਵਿਰੋਧੀ ਹਾਵੀ ਹੋ ਜਾਂਦਾ। ਜੇ ਵਿਰੋਧੀ ਨੂੰ ਪਤਾ ਲੱਗ ਜਾਏ ਕਿ ਉਹਦਾ ਕੇਸ ਕਮਜ਼ੋਰ ਹੈ, ਦੂਜਾ ਬੰਦਾ ਹਾਵੀ ਹੋ ਜਾਂਦਾ ਹੈ। ਇਹ ਸਰਕਾਰਾਂ ਨੇ ਕੁੱਲ ਮਿਲਾ ਕੇ ਇਹ ਸਾਰੀ ਸਿਚੁਏਸ਼ਨ 'ਚ ਆਪਦੀ ਹਵਾ ਇੱਦਾਂ ਆਪੇ ਕੱਢ ਲਈ ਕਿ ਜੀ ਅਸੀਂ ਸਾਰਾ ਕੁਛ ਇਲੈਕਸ਼ਨ ਤੋਂ ਡਰਦੇ ਸਾਰਾ ਕੁਝ ਕਰ ਰਹੇ ਹਾਂ, ਤੇ ਦਿਨੋਂ ਦਿਨੋਂ ਆਪਦੀ ਹਵਾ ਹੋਰ ਕੱਢ ਰਹੇ ਨੇ। ਅੱਜ ਜਾਂ ਕੱਲ੍ਹ ਜਿਹੜਾ ਉਹ ਯੂਪੀ ਦੇ ਮੁੱਖ ਮੰਤਰੀ ਨੇ ਬਿਆਨ ਦੇਤਾ ਨਾ ਕਿ ਹੁਣ ਮਥੁਰਾ ਦੀ ਵਾਰੀ ਹੈ, ਪਹਿਲਾਂ ਵਾਲਾ ਮੰਦਿਰ ਤਾਂ ਸਾਡਾ ਬਣ ਗਿਆ। ਇਹ ਸਾਰੇ ਕਾਸੇ ਤੋਂ ਲੱਗ ਰਿਹਾ ਹੈ ਕਿ BJP ਦੇ ਅੰਦਰ ਸਾਰਾ ਕੁਝ ਠੀਕ ਨਹੀਂ ਹੈ। ਬਿਲਕੁਲ। ਤੇ ਜਦੋਂ ਪਤਾ ਲੱਗ ਜੇ ਨਾ ਆਮ ਲੋਕਾਂ ਨੂੰ ਵੀ ਸਰਕਾਰ ਦੇ ਵਿੱਚ ਸਾਰਾ ਕੁਝ ਠੀਕ ਨਹੀਂ, ਤਾਂ ਉਹਨਾਂ ਦੀ ਬਾਰਗੇਨਿੰਗ ਪਾਵਰ ਵੱਧ ਜਾਂਦੀ ਹੈ।
ਉਹਨਾਂ ਤੇ ਇਹ ਪ੍ਰੈਸ਼ਰ ਹੈ ਕਿ ਯਾਰ ਅਸੀਂ ਡਟੇ ਹਾਂ। ਜਦੋਂ ਲੋਕ ਕਹਿੰਦੇ ਨੇ ਵੀ ਯਾਰ ਅਸੀਂ ਡਟੇ ਹਾਂ, ਲੀਡਰਸ਼ਿਪ ਕਿਉਂ ਭੱਜ ਰਹੀ ਹੈ? ਨਾਰਮਲੀ ਲੀਡਰਸ਼ਿਪ ਉਦੋਂ ਭੱਜਦੀ ਹੁੰਦੀ ਹੈ ਜਦੋਂ ਹੇਠਾਂ ਤੋਂ ਸਪੋਰਟ ਨਾ ਮਿਲੇ। ਹੇਠਾਂ ਤੋਂ ਸਪੋਰਟ ਘਟੀ ਤਾਂ ਹੈ ਨਹੀਂ ਕਿਤੇ। ਇਸ ਕਰਕੇ ਲੀਡਰਸ਼ਿਪ ਦੇ ਉੱਤੇ ਵੱਡੀ ਚੁਣੌਤੀ ਹੈ ਕਿ ਉਹ ਆਪਣੇ ਫੋਲੋਅਰਸ ਨੂੰ, ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਹੈ, ਉਹਨਾਂ ਨੂੰ ਨਿਰਾਸ਼ ਨਾ ਕਰੇ। ਸਿਰਫ ਤੇ ਸਿਰਫ ਸਰਕਾਰ ਚਾਹੁੰਦੀ ਹੈ ਆਪਣੀ ਜਿਹੜੀ ਪਾੜੋ ਰਾਜ ਕਰੋ ਵਾਲੀ ਨੀਤੀ ਅਨੁਸਾਰ ਕਿ ਕਿਸੇ ਤਰ੍ਹਾਂ ਇਹ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ 'ਚ ਅਸੀਂ ਕੋਈ ਦਫੇੜ ਪਾਈਏ। ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕਿ 5 ਮੈਂਬਰੀ ਜਿਹੜੀ ਜਥੇਬੰਦੀ ਹੈ ਇਹਦੇ ਵਿੱਚ ਵੀ ਬਾਰ-ਬਾਰ ਕਿਸਾਨੀ ਲੀਡਰਸ਼ਿਪ ਤੇ ਇਹ ਜ਼ੋਰ ਪਾਇਆ ਗਿਆ ਵੀ ਤੁਸੀਂ ਛੋਟੀ ਕਮੇਟੀ ਦਿਓ, ਸਿਰਫ 5 ਮੈਂਬਰ ਦਿਓ, ਕਿਉਂਕਿ ਪਿਛਲੇ ਸਮੇਂ 'ਚ ਉਹ 32 ਮੈਂਬਰ ਜਾਂਦੇ ਸੀ, ਵੀ ਤਾਂ ਕਿ ਜਦੋਂ ਉਹਦੇ ਵਿੱਚੋਂ ਸੌਟ ਆਊਟ ਕਰਕੇ ਘਟਾ ਕੇ 5 ਤੇ ਆਉਣਗੇ ਸ਼ਾਇਦ ਉਹਨਾਂ 'ਚ ਮਤਭੇਦ ਹੋ ਜਾਣਗੇ। ਪਰੰਤੂ ਮੈਨੂੰ ਲੱਗਦਾ ਨਹੀਂ ਹੈ। ਕਿਸਾਨੀ ਲੀਡਰਸ਼ਿਪ ਬਹੁਤ ਚੇਤੰਨ ਹੈ, ਸਿਆਣੀ ਹੈ। ਉਹ ਇਸ ਗੱਲ ਤੇ ਮੇਰਾ ਖਿਆਲ ਨਹੀਂ ਵੀ ਫੁੱਟ ਦਿਖਾਈ ਦੇਊਗੀ। ਕਿਵੇਂ ਨਾ ਕਿਵੇਂ ਦੇਖੋ, ਥੋੜੇ ਬਹੁਤੇ ਮਤਭੇਦ ਸਾਰੇ ਕਿਤੇ ਹੁੰਦੇ ਨੇ, ਬਿਲਕੁਲ ਉਹ ਰਹਿਣੇ ਵੀ ਨੇ, ਉਹ ਰਹਿਣੇ ਚਾਹੀਦੇ ਵੀ ਨੇ। ਮਤਭੇਦਾਂ ਤੋਂ ਬਿਨਾਂ ਵਿਕਾਸ ਨਹੀਂ ਹੁੰਦਾ। ਜੇ ਸਾਰੇ ਬੰਦੇ ਇੱਕੋ ਮਤ ਦੇ ਹੋਣ ਤੇ ਫਿਰ ਤਾਂ ਮਤਲਬ ਕੋਈ ਗੱਲ ਹੀ ਨਾ ਹੋਵੇ। ਇਹ ਗੱਲ ਤਾਂ ਇਸੇ ਕਰਕੇ ਤਾਂ ਬੀਜੇਪੀ ਨੂੰ ਅਸੀਂ ਨਿੰਦਦੇ ਹਾਂ। ਬੀਜੇਪੀ ਨੂੰ ਅਸੀਂ ਕਿਉਂ ਨਿੰਦਦੇ ਹਾਂ ਕਿ ਸਾਰੀ ਦੀ ਸਾਰੀ ਪਾਰਟੀ ਇਹ ਕਹਿੰਦੀ ਹੈ ਕਿ ਦੂਸਰੇ ਫਿਰਕੇ ਦੇ ਲੋਕਾਂ ਦਾ ਇੱਥੇ ਕੁਝ ਨਹੀਂ ਹੈਗਾ, ਇੱਕ ਫਿਰਕੇ ਇੱਕ ਵਿਚਾਰ ਹੈ ਉੱਥੇ। ਇਸੇ ਕਰਕੇ ਉਹ ਨਵੇਂ ਵਿਚਾਰ ਲੈ ਕੇ ਆਏ ਸੀ ਵੀ ਇੱਕ ਵਿਚਾਰ, ਇੱਕ ਭਾਸ਼ਾ, ਇੱਕ ਸੰਵਿਧਾਨ, ਇੱਕ ਕਾਨੂੰਨ। ਲੇਕਿਨ GST ਦੇ ਆ ਕੇ ਉਹ ਵੀ ਮੁੱਕਰ ਗਏ। GST ਪੈਟਰੋਲ ਤੇ ਲਾਗੂ ਨਹੀਂ ਕੀਤਾ, ਹੋਰ ਕਈ ਵਸਤਾਂ ਤੇ ਉਸ ਤਰ੍ਹਾਂ ਲਾਗੂ ਨਹੀਂ ਕੀਤਾ। ਹੁਣ ਇਸੇ ਤਰ੍ਹਾਂ ਮਤਲਬ ਇੱਕ ਸਾਡੀ ਖੇਤੀਬਾੜੀ ਨੀਤੀ ਨਹੀਂ, ਜੇ ਇੱਕ ਦੇਣੀ ਹੈ ਤਾਂ 3 ਸੂਬੇ 'ਚ MSP ਕਿਉਂ, ਸਾਰੇ ਮੁਲਕ 'ਚ ਦਿਓ। ਬਿਲਕੁਲ, ਮਤਲਬ ਇੱਥੇ ਆ ਕੇ ਮਤਭੇਦ ਹੁੰਦੇ ਨੇ, ਉਹਨਾਂ 'ਚ ਵੀ ਮਤਭੇਦ ਹੋ ਸਕਦੇ ਨੇ, ਮਨਭੇਦ ਨਹੀਂ ਹੋਣੇ ਚਾਹੀਦੇ। ਮੇਰੇ ਖਿਆਲ 'ਚ ਜਥੇਬੰਦੀਆਂ 'ਚ ਇਸ ਤਰ੍ਹਾਂ ਦੇ ਮਨਭੇਦ ਵਾਲੀ ਕੋਈ ਗੱਲ ਨਹੀਂ। ਸਭ ਖੁਸ਼ੀ ਨੇ ਜਿੱਤੇ ਨੇ। ਔਰ ਇਹ ਲੀਡਰਸ਼ਿਪ ਦੇ ਅਜੇ ਵੀ ਮੋਢਿਆਂ 'ਤੇ ਬਹੁਤ ਵੱਡਾ ਭਾਰ ਹੈ। ਜਿਸ ਕਿਸਮ ਨਾਲ ਲੋਕਾਂ ਨੇ ਕਿਸਾਨੀ ਲੀਡਰਸ਼ਿਪ ਦਾ ਸਾਥ ਦਿੱਤਾ ਹੈ, ਉਹਨਾਂ 'ਤੇ ਜ਼ਿੰਮੇਵਾਰੀ ਵੱਡੀ ਆਈ ਹੈ ਕਿ ਇਸ ਤੋਂ ਥੋੜ੍ਹਾ ਬਹੁਤਾ ਵੀ ਅੱਗੇ ਪਿੱਛੇ ਹੋਵੋਗੇ ਤਾਂ ਤੁਸੀਂ ਆਪਣੇ ਜਿਹੜੇ ਕਾਡਰ ਹੈ ਜਾਂ ਆਪਣੇ ਜਿਹੜੇ ਲੋਕ ਨੇ, ਜਿਹੜੇ ਆਪਣੇ ਕਿਸਾਨ ਹਿੱਤੂ ਲੋਕ ਨੇ, ਇਕੱਲੇ ਕਿਸਾਨ ਨਹੀਂ, ਕਿਸਾਨ ਹਿੱਤੂ ਲੋਕ ਨੇ, ਜਿਨ੍ਹਾਂ ਨੇ ਸੰਘਰਸ਼ 'ਚ ਬਹੁਤ ਵੱਡਾ ਯੋਗਦਾਨ ਪਾਇਆ, ਉਹ ਚਾਹੇ ਵਿਦੇਸ਼ ਵਾਲੇ ਹੋਣ ਚਾਹੇ ਸਾਡੇ ਵਾਲੇ ਹੋਣ, ਉਹਨਾਂ ਨੂੰ ਨਾਰਾਜ਼ ਨਾ ਕਰੇ। ਇਹ ਚੈਲੰਜ ਬਹੁਤ ਵੱਡਾ ਲੀਡਰਸ਼ਿਪ ਤੇ, ਔਰ ਮੈਨੂੰ ਲੱਗਦਾ ਲੀਡਰਸ਼ਿਪ ਤੇ ਪੂਰਾ ਉਤਰੂਗੀ। ਜੀ ਬਿਲਕੁਲ, ਪੂਰਾ ਉਤਰੂਗੀ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਦੇ ਲਈ। ਧੰਨਵਾਦ ਜੀ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਾਣਾ ਸਿੰਘ ਧਾਲੀਵਾਲ। MSP ਦੇ ਮਸਲੇ ਤੇ ਜੋ ਕਮੇਟੀ ਬਣਾਈ ਗਈ ਉਸ ਤੇ ਗੱਲਬਾਤ ਕੀਤੀ। ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੁਸੀਂ ਆਪਣਾ ਸੁਝਾਅ ਸਾਨੂੰ ਕਮੈਂਟ ਬਾਕਸ 'ਤੇ ਕਮੈਂਟ ਦੇ ਵਿੱਚ ਜ਼ਰੂਰ ਭੇਜੋ। ਤੇ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਾਣਾ ਚੈਨਲ ਪੰਜਾਬੀ। ਧੰਨਵਾਦ।